सतनाम वाहिगुरु परियो काल सबे जग ऊपर माहे लिखे ब्रह्म ज्ञानी। कहो कबीर जन पै खाल से प्रेम भगत जह जानी। खालसा हमारी शौज, खालसा हमारी मौज, खालसा हमारी फौज जीत की निशानी है, जीत की निशानी है। खालसा हमारी चाल, खालसा हमारी टाल, खालसा हमारी काल भोग मोख दानी है, भोग मोख दानी है। खालसा हमारी जान, खालसा हमारी आन, खालसा हमारी खान मौद की सुहानी है, मौद की सुहानी है। खालसा हमारी जात, खालसा हमारी पात। श्री गुरु गोबिंद सिंह बाणियों बखानी है, श्री गुरु गोबिंद सिंह बाणियों बखानी है। खालसा मेरो रूप है खास, खालसे मैं हूँ करूँ निवास। खालसा मेरो मुख है अंगा, खालसे के हों सद सद संगा। खालसा मेरो इष्ट सुहृद, खालसा मेरो कहियत बिरद। खालसा मेरो पिंड प्राण, खालसा मेरी जान की जान। हो खालसे को खालसा मेरो ओत पोत सागर बूंदेरो। खालसा अकाल पुरख की फौज प्रगट्यो खालसा परमात्म की मौज। पर्यो काल सबे जग ऊपर
लिखे परम ज्ञानी। कहो कबीर जन पै खालसे, प्रेम भगत जह जानी। कहो कबीर जन पै खालसे, प्रेम भगत जह जानी। जागजोत पातशाह ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਜੀ ਹੋਈ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਿਰਜਣਾ ਦਿਵਸ ਆਪ ਸਮੂਹ ਗੁਰਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਖਾਲਸਾ ਗੁਰਸਿੱਖੀ ਦਾ ਸਿਖਰ ਹੈ। ਖਾਲਸਾ ਲਫ਼ਜ਼ ਜੋ ਹੈ ਇਹ ਪਰਸ਼ੀਅਨ ਤੋਂ ਫਾਰਸੀ ਤੋਂ ਆਇਆ ਹੈ। ਮੂਲ ਰੂਪ ਦੇ ਵਿੱਚ ਇਸ ਦਾ ਅਰਥ ਹੁੰਦਾ ਹੈ ਉਹ ਜ਼ਮੀਨ, ਉਹ ਇਲਾਕਾ ਜੋ ਕਿ ਸਿੱਧੇ ਤੌਰ ਉੱਪਰ ਬਾਦਸ਼ਾਹ ਦੀ ਮਲਕੀਅਤ ਹੋਵੇ। ਖਾਲਸਾ is that land, area or region which is directly owned by the king। ਜੋ ਧਾਰਮਿਕ ਕਨਸੈਪਟ ਹੈ ਖਾਲਸਾ ਦਾ, ਉਸ ਦੇ ਵਿੱਚ ਇਸ ਦੇ ਅਰਥ ਹੋ ਜਾਂਦੇ ਹਨ। ਖਾਲਸਾ ਅਕਾਲ ਪੁਰਖ ਵਾਹਿਗੁਰੂ ਦੀ ਸਿੱਧੀ ਮਲਕੀਅਤ ਹੈ। ਖਾਲਸਾ is owned by the divine king, that is God। ਦੂਸਰਾ ਅਰਥ ਜੋ ਅਸੀਂ ਖਾਲਸਾ ਦਾ ਲੈਂਦੇ ਹਾਂ, ਖਾਲਸ, ਪਿਓਰੈਸਟ ਆਫ ਦਾ ਪਿਓਰ, ਸ਼ੁੱਧ ਸਰੂਪ, ਉਹ ਖਾਲਸਾ ਹੈ। ਖਾਲਸਾ ਸੁਮੇਲ ਹੈ ਸੰਤ ਅਤੇ ਸਿਪਾਹੀ ਦਾ। ਖਾਲਸਾ is an integration of saint and soldier profiles। ਇਹ ਜੋ ਕਨਸੈਪਟ ਹੈ ਸੰਤ ਅਤੇ ਸਿਪਾਹੀ ਦਾ, ਇਸ ਦੀ ਬਖਸ਼ਿਸ਼ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੀਤੀ ਹੈ। ਸ਼ਲੋਕ 12 ਤੋਂ ਵਧੇਕ ਦੇ ਵਿੱਚ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਇਹ ਫਲਸਫਾ ਹੈ ਸੰਤ ਅਤੇ ਸਿਪਾਹੀ ਦਾ, ਜਿਸ ਨੂੰ ਦਸ਼ਮੇਸ਼ ਪਿਤਾ ਉਜਾਗਰ ਕਰਦੇ ਹਨ। ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ। ਉਸ ਦਾ ਜਿਉਣਾ ਇਸ ਸੰਸਾਰ ਦੇ ਵਿੱਚ ਧਨਤਾ ਯੋਗ ਹੈ, ਜੋ ਕਿ ਆਪਣੇ ਮੁਖਾਰਬਿੰਦ ਤੋਂ ਪਰਮਾਤਮਾ ਦਾ ਨਾਮ ਜਪਦਾ ਹੈ, ਪਰ ਆਪਣੇ ਹਿਰਦੇ ਦੇ ਵਿੱਚ ਕਾਮਨਾ ਕਰਦਾ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ, ਜੇਕਰ ਮੇਰਾ ਇਹ ਜੀਵਨ ਕਿਸੇ ਧਰਮ ਦੇ ਕਾਜ ਤੇ ਲੱਗ ਜਾਵੇ, ਕਿਸੇ ਧਰਮ ਯੁੱਧ ਦੇ ਵਿੱਚ ਮੈਨੂੰ ਸ਼ਹਾਦਤ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਤਾਂ ਮੇਰਾ ਜਿਉਣਾ ਪ੍ਰਵਾਨ ਹੋ ਜਾਏਗਾ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਸਿਧਾਂਤ ਨੂੰ ਸਿਖਰੀ ਸਰੂਪ ਬਖਸ਼ਿਆ, ਜੋ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ
ਪਹਿਲੀ ਵਾਰ ਕਿਰਪਾ ਕਰਕੇ ਬਖਸ਼ਿਸ਼ ਕੀਤਾ, ਜਿਸ ਨੂੰ ਅੱਗੇ 9 ਪਾਤਸ਼ਾਹੀਆਂ ਨੇ ਪ੍ਰਫੁੱਲਤ ਕੀਤਾ ਹੈ। ਸੋ ਇਸ ਪ੍ਰਸੰਗ ਦੇ ਵਿੱਚ ਖਾਲਸਾ ਗੁਰਸਿੱਖੀ ਦਾ ਸਿਖਰ ਹੈ। ਖਾਲਸਾ ਬਣਦਾ ਹੈ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਕੇ, ਅੰਮ੍ਰਿਤ ਦਾ ਦਾਨ ਪ੍ਰਾਪਤ ਕਰਕੇ ਖਾਲਸਾ ਬਣਦਾ ਹੈ। ਮੂਲ ਰੂਪ ਦੇ ਵਿੱਚ ਅੰਮ੍ਰਿਤ ਪਰਮਾਤਮਾ ਆਪ ਹੈ। ਨਾਨਕ ਦਾਸ ਸਦਾ ਸ਼ਰਣਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਅਕਾਲ ਪੁਰਖ ਵਾਹਿਗੁਰੂ ਆਪ ਅੰਮ੍ਰਿਤ ਸਰੂਪ ਹਨ। ਉਹਨਾਂ ਦਾ ਪ੍ਰਾਰੰਭਕ ਸ਼ਬਦ ਕੀਤਾ ਪਸਾਓ ਏਕੋ ਕਵਾਓ, ਉਹ ਜੋ ਹੁਕਮੀ ਸ਼ਬਦ ਹੈ ਉਹ ਅੰਮ੍ਰਿਤ ਰੂਪ ਹੈ। ਉਹ ਸ਼ਬਦ ਦੀ ਸ਼ਕਤੀ ਜੋ ਕਿ ਨਾਮ ਹੈ ਉਹ ਅੰਮ੍ਰਿਤ ਰੂਪ ਹੈ। ਸੋ ਗੁਰਬਾਣੀ ਸਪਸ਼ਟ ਕਰਦੀ ਹੈ, ਜਿਨ ਵਡਿਆਈ ਤੇਰੇ ਨਾਮ ਕੀ ਸੇ ਰਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਉਹ ਜੋ ਨਾਮ ਅੰਮ੍ਰਿਤ ਹੈ, ਉਸ ਨੂੰ ਦਸ਼ਮੇਸ਼ ਪਿਤਾ ਜੀ ਨੇ ਖੰਡੇ ਬਾਟੇ ਦੀ ਪਹੁਲ ਦਾ ਸਰੂਪ ਬਖਸ਼ਿਸ਼ ਕਰ ਦਿੱਤਾ। ਕਾਰਨ ਜਲ ਇੱਕ ਜੀਵ ਹੈ। ਜਲ ਜੀਵ ਹੋਣ ਦੇ ਨਾਤੇ ਗੁਰਬਾਣੀ ਦੇ ਪ੍ਰਭਾਵਾਂ ਨੂੰ ਸਵੀਕਾਰ ਕਰਦਾ ਹੈ। ਗੁਰਬਾਣੀ ਦੀਆਂ ਜੋ ਤਰੰਗਾਂ ਹਨ ਉਹ ਜਲ ਨੂੰ ਪਵਿੱਤਰ ਕਰਦੀਆਂ ਹਨ। ਇਸੇ ਕਰਕੇ ਸਾਡੇ ਸਰੋਵਰਾਂ ਦੇ ਜਲ ਪਵਿੱਤਰ ਹੁੰਦੇ ਹਨ, ਕਿਉਂਕਿ ਉਹਨਾਂ ਦੇ ਨਿਕਟ ਗੁਰਬਾਣੀ ਦਾ ਜੋ ਪ੍ਰਤਾਪ ਹੈ ਉਹ ਵਿਆਪਕ ਰਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਪਵਿੱਤਰ ਹੈ ਗੁਰਬਾਣੀ ਦੀ ਬਖਸ਼ਿਸ਼ ਦਾ ਸਦਕਾ। ਸੋ ਦਸ਼ਮੇਸ਼ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਪ੍ਰਾਰੰਭਕ ਸ਼ਬਦ, ਉਸ ਦੀ ਸ਼ਕਤੀ ਜੋ ਨਾਮ ਹੈ, ਉਸ ਨੂੰ 5 ਬਾਣੀਆਂ ਦੇ ਪ੍ਰਤਾਪ ਰਾਹੀਂ ਜਲ ਦੇ ਵਿੱਚ ਪ੍ਰਵੇਸ਼ ਕੀਤਾ। ਖੰਡੇ ਦੀ ਕਿਰਪਾ ਦੇ ਨਾਲ ਜੋ ਬੀ ਰਸ ਹੈ ਉਸ ਦੀ ਬਖਸ਼ਿਸ਼ ਉਸ ਵਿੱਚ ਕੀਤੀ, ਤੇ ਸਾਡੇ ਪੰਥ ਦੇ ਗੁਰਮਾਤਾ ਮਾਤਾ ਸਾਹਿਬ ਕੌਰ ਜੀ ਨੇ ਪਤਾਸਿਆਂ ਦੀ ਬਖਸ਼ਿਸ਼ ਕਰਦੇ ਹੋਏ ਮਿਠਾਸ ਦੀ ਬਖਸ਼ਿਸ਼ ਕੀਤੀ, ਕਿਉਂਕਿ ਗੁਰਮਤਿ ਫਲਸਫਾ ਕਹਿੰਦਾ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆਂ। ਸੋ ਜੋ ਅੰਮ੍ਰਿਤ ਅਸੀਂ ਖਾਲਸਾ ਸਰੂਪ ਸਜਣ ਦੇ ਵਾਸਤੇ 5 ਪਿਆਰਿਆਂ ਤੋਂ ਪ੍ਰਾਪਤ ਕਰਦੇ ਹਾਂ, ਉਹ ਨਾਮ ਦਾ ਹੀ ਸਿਖਰੀ ਸਰੂਪ ਹੈ। ਉਹ ਇੱਕ ਵਾਰ ਖੰਡੇ ਬਾਟੇ ਦੀ ਪਹੁਲ ਦੁਆਰਾ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਸਾਡੇ ਨੇਤਰਾਂ ਨੂੰ ਪਵਿੱਤਰ ਕਰਦਾ ਹੈ, ਸਾਡੇ ਕੇਸਾਂ ਦੇ ਵਿੱਚ ਅਗੰਮੀ ਬਖਸ਼ਿਸ਼ ਕਰਦਾ ਹੈ। 5 ਚੂੜਿਆਂ ਦੇ ਨਾਲ ਕੁੱਲ ਅਸੀਂ 15 ਚੂੜੇ ਧਾਰਨ ਕਰਦੇ ਹਾਂ, ਗ੍ਰਹਿਣ ਕਰਦੇ ਹਾਂ ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ। ਪਰ ਉਸ ਤੋਂ ਬਾਅਦ ਸਾਨੂੰ ਹੁਕਮ ਹੁੰਦਾ ਹੈ ਕਿ ਗੁਰਬਾਣੀਆਂ ਦਾ ਨਿਤਨੇਮ ਹਰ ਰੋਜ਼ ਕਰਨਾ ਹੈ। ਉਸ ਦਾ ਕਾਰਨ ਕੀ ਹੈ? ਮਨੁੱਖ ਇੱਕ ਵਿਲੱਖਣ ਰਚਨਾ ਹੈ ਪ੍ਰਮਾਤਮਾ ਦੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਖਾਦੀ ਸਾਡੇ ਮਨ ਦੇ ਅੰਦਰ ਵਾਸਾ ਕਰਦੇ ਹਨ। 4 ਅਗਨੀ ਦੀਆਂ ਨਦੀਆਂ ਹਮੇਸ਼ਾ ਸਾਡੇ ਮਨ ਦੇ ਅੰਦਰ ਚੱਲਦੀਆਂ ਹਨ। ਹੰਸ ਹੇਤ ਲੋਭ ਕੋਪ 4 ਨਦੀਆਂ ਅੱਗ। ਹੰਸ ਤੋਂ ਭਾਵ ਹਿੰਸਾ, ਨਿਰਦੈਤਾ, ਹੇਤ ਬੌਂਡਿੰਗ ਅਟੈਚਮੈਂਟ। ਇਸ ਤੋਂ ਬਾਅਦ ਲੋਭ, ਲਾਲਚ, ਕੋਪ, ਕ੍ਰੋਧ। ਇਹ 4 ਨਦੀਆਂ ਸਾਡੇ ਮਨ ਦੇ ਅੰਦਰ ਅਗਨੀ ਸਾਗਰ ਪੈਦਾ ਕਰਦੀਆਂ ਹਨ, ਜਿਸ ਨੂੰ ਭਾਵ ਸਾਗਰ ਕਿਹਾ ਜਾਂਦਾ ਹੈ।
ਇਹਨਾਂ ਦੀ ਤਪਸ਼ ਦੇ ਨਾਲ ਜੋ ਅੰਮ੍ਰਿਤ ਅਸੀਂ ਗ੍ਰਹਿਣ ਕਰਦੇ ਹਾਂ ਉਸ 'ਤੇ ਪ੍ਰਭਾਵ ਪੈਂਦਾ ਹੈ। ਉਸ ਦਾ ਸਤਰ ਬਰਕਰਾਰ ਰੱਖਣ ਦੇ ਵਾਸਤੇ ਹਰ ਰੋਜ਼ ਨਿਤਨੇਮ ਕਰਨਾ ਜ਼ਰੂਰੀ ਹੈ, ਤਾਂ ਕਿ ਅੰਮ੍ਰਿਤ ਦੀ ਬਖਸ਼ਿਸ਼ ਜੋ ਹੈ ਉਹ ਸਾਡੇ ਮਨਾਂ ਦੇ ਅੰਦਰ ਸਦੀਵੀ ਬਣੀ ਰਹੇ। ਸੋ ਇਹ ਫਲਸਫਾ ਹੈ ਅੰਮ੍ਰਿਤ ਦਾ। ਇਹ ਬਖਸ਼ਿਸ਼ ਦਸ਼ਮੇਸ਼ ਪਿਤਾ ਜੀ ਨੇ ਕੀਤੀ ਹੈ ਤੇ ਬਖਸ਼ਿਸ਼ ਕਰਦਿਆਂ ਹੋਇਆਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਜੋ ਸਰੂਪ ਹੈ, ਜੋ ਖਾਲਸਾ ਸਰੂਪ ਬਖਸ਼ਿਸ਼ ਹੋਇਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਦਿਵ ਸਰੂਪ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਫਰਮਾਨ ਕਰਦੀ ਹੈ, ਭਾਵੇਂ ਪ੍ਰਸੰਗ ਕੁਛ ਹੋਰ ਹੈ, ਸਾਬਤ ਸੂਰਤ ਦਸਤਾਰ ਸਿਰਾ, ਤੇ ਅਕਾਲ ਪੁਰਖ ਦੇ ਦਿਵ ਸਰੂਪ ਨੂੰ ਗੁਰੂ ਨਾਨਕ ਸਾਹਿਬ ਰਾਗ ਉਡਹੰਸ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਸੋਵਨ ਢਾਲਾ ਕ੍ਰਿਸ਼ਨ ਮਾਲਾ, ਜਪੋ ਤੁਸੀਂ ਸਹੇਲਿਓ ਜਮ ਦੁਆਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲਿਓ ਹੰਸ ਹੰਸਾਂ, ਬੱਗ ਬੱਗਾਂ ਲਹੇ ਮਨ ਕੀ ਜਾਲਾ, ਬੰਕੇ ਲੋਇਣ ਦੰਤਰੀ ਸਾਲਾ। ਇਹ ਅਕਾਲ ਪੁਰਖ ਵਾਹਿਗੁਰੂ ਦਾ ਦਿਵ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਸਦਾ ਨਵਤਨ ਹਨ, ਸਦਾ ਹੀ ਜੋਬਨ ਦੀ ਅਵਸਥਾ ਵਿੱਚ ਰਹਿਣ ਵਾਲੇ ਹਨ, ਸੁੰਦਰ ਸਰੂਪ ਹਨ। ਨਿਰਜੋ ਨਿਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ। ਅਕਾਲ ਪੁਰਖ ਵਾਹਿਗੁਰੂ ਦਾ ਜੋ ਦਿਵ ਸਰੂਪ ਹੈ ਉਹ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ ਦਸ਼ਮੇਸ਼ ਪਾਤਸ਼ਾਹ ਜੀ ਨੇ, ਤੇ ਨਾਲ ਹੀ ਸਪਸ਼ਟ ਕਰ ਦਿੱਤਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸਾ ਸਰੂਪ ਧਾਰਨ ਕਰਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਖਾਲਸਾ ਪੰਜ ਕਕਾਰਾਂ ਦਾ ਧਾਰਨੀ ਰਹੇ। ਖਾਲਸਾ ਕਿਉਂਕਿ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਹੈ। ਅਕਾਲ ਪੁਰਖ ਵਾਹਿਗੁਰੂ ਆਪ ਕੇਸਾਧਾਰੀ ਹਨ। ਇਸ ਕਾਰਨ ਕਰਕੇ ਖਾਲਸਾ ਨੂੰ ਕੇਸਾਧਾਰੀ ਰਹਿਣਾ ਬਹੁਤ ਜ਼ਰੂਰੀ ਹੈ। ਕੇਸਾਧਾਰੀ ਰਹਿਣ ਦੇ ਪਿੱਛੇ ਜੋ ਫਲਸਫਾ ਹੈ, ਪਰਮਾਤਮਾ ਸਭ ਤੋਂ ਸਿਆਣਾ ਹੈ। ਪਰਮਾਤਮਾ ਨੇ ਜੋ ਵੀ ਰਚਨਾਵਾਂ ਕੀਤੀਆਂ ਹਨ ਉਹਨਾਂ ਦਾ ਕਰਤਾ ਉਹ ਆਪ ਹੀ ਜਾਣਦਾ ਹੈ। ਉਹਨਾਂ ਰਚਨਾਵਾਂ ਦੇ ਵਿੱਚ ਕੀ ਭੇਦ ਹੈ, ਉਹਨਾਂ ਦੀ ਕੀ ਵਿਲੱਖਣਤਾ ਹੈ। ਤੇ ਸਾਨੂੰ ਗੁਰਬਾਣੀ ਫਰਮਾਨ ਕਰਦੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਰਜ਼ਾ ਦੇ ਮਾਲਕ ਨੇ ਜੋ ਸਾਡੇ ਮਨੁੱਖਾ ਸਰੀਰ ਦੀ ਰਚਨਾ ਕਰ ਦਿੱਤੀ ਹੈ, ਸਾਨੂੰ ਉਸ ਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ, ਉਸ ਨੂੰ ਸਨਮਾਨਣਾ ਚਾਹੀਦਾ ਹੈ। ਸੋ ਜੋ ਕੇਸ ਰੱਖਣੇ ਹਨ, ਕੇਸਾਂ ਦੀ ਸੰਭਾਲ ਕਰਨੀ ਹੈ, ਉਹ ਦਰਸਾਉਂਦੀ ਹੈ ਕੰਪਲੀਟ ਸਰੈਂਡਰ ਟੂ ਦਾ ਵਿਲ ਆਫ ਗॉड। ਪਰਮਾਤਮਾ ਦੀ ਰਜ਼ਾ ਦੇ ਸਾਹਮਣੇ ਇਹ ਪੂਰਨ ਸਮਰਪਣ ਹੈ। ਸਮਰਪਣ ਤੋਂ ਬਗੈਰ ਸਿੱਖੀ ਨਹੀਂ ਹੈ। ਸਮਰਪਣ ਤੋਂ ਬਗੈਰ ਖਾਲਸਾ ਤੱਤ ਉਜਾਗਰ ਨਹੀਂ ਹੋ ਸਕਦਾ ਹਿਰਦੇ ਦੇ ਵਿੱਚ। ਸੋ ਪਹਿਲਾ ਕਕਾਰ ਅਨਸ਼ੋਰਨ ਹੇਅਰ ਔਨ ਇੰਟਾਇਰ ਹਿਊਮਨ ਬੋਡੀ, ਸਾਰੇ ਸਰੀਰ ਦੇ ਉੱਪਰ ਹੀ ਕੇਸ ਜਿਉਂਦੇ ਤਿਉਂ ਰੱਖਣੇ ਹਨ ਜਿਵੇਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਕਿਤੋਂ ਵੀ ਰੋਮਾਂ ਦੀ ਬਿਰਬੀ ਨਹੀਂ ਕਰਨੀ ਹੈ। ਇਹ ਪਹਿਲੀ ਹਦਾਇਤ ਹੈ, ਪਹਿਲਾ ਕਕਾਰ। ਦੂਸਰਾ ਕਕਾਰ ਕੜੇ ਦੀ ਬਖਸ਼ਿਸ਼ ਕੀਤੀ। ਕੜਾ ਪਰਮਾਤਮਾ ਦੀ ਸੰਪੂਰਨਤਾ ਦਾ ਪ੍ਰਤੀਕ ਹੈ। ਅਸੀਂ ਮੈਥਮੈਟਿਕਲੀ ਅਗਰ ਦਸਾਉਣਾ ਹੋਵੇ ਇਨਫਿਨਿਟੀ ਨੂੰ, ਕਹਿੰਦੇ ਟੂ ਪੈਰਲਲ ਲਾਈਨਸ ਨੈਵਰ ਮੀਟ। ਜੇਕਰ ਅਸੀਂ ਪਰਫੈਕਸ਼ਨ ਦਿਖਾਣੀ ਹੋਵੇ, ਰਾਉਂਡ ਸਰਕਲ ਇਜ਼ ਕੰਪਲੀਟ ਇਨ ਇਟਸੈਲਫ। ਕੜੇ ਦੀ ਜੋ ਗੁਲਾਈ ਹੈ ਇਹ ਪ੍ਰਮਾਤਮਾ ਦੀ ਪੂਰਨਤਾ ਦੀ ਪ੍ਰਤੀਕ ਹੈ। ਇਹ ਪ੍ਰਮਾਤਮਾ ਦੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਰਿਪੂਰਨ ਪ੍ਰਮਾਤਮਾ ਸਦਾ ਸਾਡੇ ਅੰਗ ਸੰਗ ਹੈ। ਦੂਸਰਾ ਕੜੇ ਦਾ ਮਹਾਤਮਾ ਹੈ, ਕੜਾ ਇਜ਼ ਏ ਕੌਂਸਟੈਂਟ ਰਿਮਾਈਂਡਰ ਟੂ ਅਸ ਟੂ ਡੂ ਗੁੱਡ ਡੀਡਸ ਵਿਦ ਆਵਰ ਹੈਂਡਸ। ਕੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਇਹ ਜਗਿਆਸੂ ਜਨੋ, ਕਿਸ ਗੁਰੂ ਦੇ ਸਿੱਖ ਹੋ, ਕਿਸ ਪ੍ਰਮਾਤਮਾ ਦੇ ਉਪਾਸ਼ਕ ਹੋ। ਜਿਹੜਾ ਵੀ ਕੰਮ ਕਰਨ ਲੱਗੇ ਹੋ, ਕਿ ਉਹ ਚੰਗਾ ਕੰਮ ਹੈ ਕਿ ਮਾੜਾ ਕੰਮ ਹੈ। ਜੇਕਰ
ਮਨੁੱਖ ਕੋਈ ਮਾੜਾ ਕੰਮ ਕਰਨ ਲੱਗਿਆ ਆਪਣੇ ਹੱਥਾਂ ਦੇ ਨਾਲ ਕੜਾ ਉਸ ਨੂੰ ਯਾਦ ਕਰਾਉਂਦਾ ਹੈ, ਕਿਸ ਦਾ ਸਿੱਖ ਹੈ, ਤੇਰਾ ਕੀ ਕਰਤੱਵ ਹੈ ਜੀਵਨ ਦੇ ਵਿੱਚ। ਸੋ ਇਹ ਕੜੇ ਦਾ ਮਹਾਤਮ ਹੈ। ਕੜੇ ਬਾਰੇ ਇਹ ਹੁਕਮ ਹੈ, ਕੜਾ ਸਰਬਲੋ ਦਾ ਹੋਣਾ ਚਾਹੀਦਾ ਹੈ, ਕਿਉਂਕਿ ਸਿੱਖ ਦਾ ਜੀਵਨ ਇੱਕ ਸਾਦਗੀ ਦਾ ਜੀਵਨ ਹੈ, ਇੱਕ ਸਮਰਪਣ ਦਾ ਜੀਵਨ ਹੈ। ਸੋ ਕੜੇ ਤੋਂ ਬਾਅਦ ਕੰਘਾ, ਕੇਸਾਂ ਦੇ ਨਾਲ ਇਸ ਦਾ ਸੰਬੰਧ ਹੈ। ਜੋ ਪ੍ਰਮਾਤਮਾ ਨੇ ਸਾਨੂੰ ਕੇਸ ਬਖਸ਼ੇ ਹਨ, ਉਹਨਾਂ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ। ਕੇਸਾਂ ਦੀ ਸੰਭਾਲ ਦੇ ਵਾਸਤੇ ਕੰਘਾ ਬਹੁਤ ਜ਼ਰੂਰੀ ਹੈ। ਟੂ ਟੇਕ ਕੇਅਰ ਆਫ ਦਾ ਅਨਸ਼ੋਰਨ ਹੇਅਰ ਔਨ ਆਵਰ ਹੈਡ, ਕੰਘਾ ਇਜ਼ ਵੈਰੀ ਵੈਰੀ ਇੰਪੋਰਟੈਂਟ। ਕੰਘੇ ਦੇ ਬਾਰੇ ਵੀ ਹਦਾਇਤ ਹੈ, ਕੰਘਾ ਕਾਠ ਦਾ ਹੋਣਾ ਚਾਹੀਦਾ ਹੈ। ਕੰਘਾ ਮੈਟਲ ਦਾ, ਧਾਤੂ ਦਾ ਨਹੀਂ ਹੋਣਾ ਚਾਹੀਦਾ, ਕਾਠ ਦਾ ਕੰਘਾ ਹੋਣਾ ਚਾਹੀਦਾ ਹੈ। ਜੇਕਰ ਕੰਘੇ ਦਾ ਕੋਈ ਦੰਦਾ ਟੁੱਟ ਜਾਵੇ, ਉਸ ਨੂੰ ਖੰਡਿਤ ਸਮਝਣਾ ਚਾਹੀਦਾ ਹੈ। ਪੂਰੇ ਦੰਦਿਆਂ ਵਾਲਾ ਕਾਠ ਦਾ ਕੰਘਾ ਜੋ ਹੈ ਉਹ ਫਿਰ ਤੋਂ ਧਾਰਨ ਕਰਨਾ ਚਾਹੀਦਾ ਹੈ। ਇਹ ਕੰਘੇ ਦੀ ਮਹੱਤਤਾ ਹੈ। ਕਿਰਪਾਨ, ਦੋ ਸ਼ਬਦਾਂ ਦਾ ਸੁਮੇਲ ਹੈ ਕਿਰਪਾਨ, ਕਿਰਪਾ ਤੇ ਆਨ। ਉਹ ਸ਼ਸਤਰ ਜੋ ਜਿਸ ਮਨੁੱਖ ਦੇ ਕੋਲ ਹੋਏਗਾ, ਪ੍ਰਮਾਤਮਾ ਦੀ ਕਿਰਪਾ ਦਾ ਸਦਕਾ ਉਸ ਦੀ ਆਨ ਉਸ ਦੇ ਜੀਵਨ ਦੇ ਵਿੱਚ ਸਦਾ ਬਰਕਰਾਰ ਰਹੇਗੀ। ਉਸ ਦੀ ਅਣਖ, ਉਸ ਦੀ ਪੱਤ, ਉਸ ਦੀ ਇੱਜ਼ਤ ਸਦਾ ਸਲਾਮਤ ਰਹੇਗੀ। ਇਹ ਕਿਰਪਾਨ ਦਾ ਮਹਾਤਮ ਹੈ। ਕਿਰਪਾਨ ਪ੍ਰਾਤਨ ਸਮਿਆਂ ਦੇ ਵਿੱਚ ਵੀ ਹੁਣ ਵੀ ਇੱਕ ਜੰਗ ਯੁੱਧ ਦਾ ਸ਼ਸਤਰ ਵੀ ਹੈ। ਪਰ ਜੋ ਅਸੀਂ ਖਾਲਸਾ ਸਰੂਪ ਹੋ ਕੇ ਕਿਰਪਾਨ ਧਾਰਨ ਕਰਨੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਪ੍ਰਤੀਕ ਹੈ, ਜਿਸ ਦਾ ਸਦਕਾ ਪ੍ਰਮਾਤਮਾ ਸਾਡੀ ਪੱਤ ਰੱਖਦਾ ਹੈ ਜੀਵਨ ਦੇ ਵਿੱਚ, ਸਾਡੀ ਆਨ ਰੱਖਦਾ ਹੈ ਇਸ ਜੀਵਨ ਦੇ ਵਿੱਚ। ਕਿਰਪਾਨ, ਕਛਹਿਰਾ, ਕਛਹਿਰੇ ਦੇ ਅਰਥ ਇੰਟਰਨੈਟ ਦੇ ਉੱਪਰ ਜਾਂ ਕਈ ਟੀਕਿਆਂ ਦੇ ਵਿੱਚ ਕੱਛਾ ਕਰ ਦਿੱਤੇ ਗਏ ਹਨ। ਦੈਟ ਇਜ਼ ਵੈਰੀ ਵੈਰੀ ਰੋਂਗ। ਕਛਹਿਰਾ ਇੱਕ ਸਤਿਗੁਰੂ ਦੀ ਬਖਸ਼ੀ ਹੋਈ ਬਹੁਤ ਵੱਡੀ ਦਾਤ ਹੈ। ਕਛਹਿਰਾ ਹੈ ਮਰਿਆਦਾ ਦੇ ਅਨੁਸਾਰ ਖਾਸ ਤਰੀਕੇ ਦੇ ਨਾਲ ਸਿਲਾਈ ਕੀਤਾ ਹੋਇਆ ਬਸਤਰ, ਜੋ ਕਿ ਗੁਰਸਿੱਖ ਨੇ ਸਦਾ ਧਾਰਨ ਕਰਨਾ ਹੈ। ਇਸ਼ਨਾਨ ਕਰਦਿਆਂ ਹੋਇਆਂ ਵੀ ਜਦੋਂ ਕਛਹਿਰਾ ਬਦਲਣਾ ਹੁੰਦਾ ਹੈ, ਉਦੋਂ ਇੱਕ ਲਾਚੋਂ ਉਤਾਰ ਕੇ ਦੂਸਰਾ ਕਛਹਿਰਾ ਧਾਰਨ ਕਰਕੇ ਫਿਰ ਉਤਾਰਿਆ ਜਾਂਦਾ ਹੈ। ਇਹ ਹਦਾਇਤ ਹੈ ਕਛਹਿਰੇ ਦੇ ਬਾਰੇ। ਸੋ ਪੰਜ ਕਕਾਰ, ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ, ਇਹਨਾਂ ਦੇ ਸਦਾ ਧਾਰਨੀ ਰਹਿਣਾ ਹੈ। ਸੋ ਇਸ ਤੋਂ ਇਲਾਵਾ ਖਾਲਸਾ ਜੀਵਨ ਜਿਉਂਦਿਆਂ ਹੋਇਆਂ ਪ੍ਰਮਾਤਮਾ ਦਾ ਨਾਮ ਹਮੇਸ਼ਾ ਜਪਣਾ ਹੈ। ਗੁਰਮਤਿ ਦਾ ਜੋ ਸਿਧਾਂਤ ਹੈ, ਗੁਰਮਤਿ ਦਾ ਜੋ ਉਪਦੇਸ਼ ਹੈ, ਉਸ ਨੂੰ ਜੀਵਨ ਦੇ ਵਿੱਚ ਕਮਾਉਣਾ ਹੈ। ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਇਹ ਪ੍ਰਮੁੱਖ ਸਿਧਾਂਤ ਹਨ ਗੁਰਸਿੱਖੀ ਜੀਵਨ ਦੇ, ਖਾਲਸਾ ਜੀਵਨ ਦੇ। ਟੂ ਸਟੇ ਇਨ ਰਿਮੈਂਬਰੈਂਸ ਆਫ ਗॉड, ਨਾਮ ਜਪਣਾ, ਕਿਰਤ ਕਰਨੀ, honest earnings in life, ਵੰਡ ਛਕਣਾ, ਟੂ ਸ਼ੇਅਰ ਦਾ ਅਰਨਿੰਗਸ। ਕ੍ਰਿਸਚੀਅਨਿਟੀ ਦੇ ਵਿੱਚ ਵੀ ਟਾਈਦੇ ਦਾ ਕਨਸੈਪਟ ਹੈ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਧਾਰਮਿਕ ਕਰਮਾਂ ਦੇ ਵਾਸਤੇ ਦੇਣਾ ਚਾਹੀਦਾ ਹੈ, ਦਾਨ ਕਰ ਦੇਣਾ ਚਾਹੀਦਾ ਹੈ। ਇਹੀ ਹੁਕਮ ਸਾਨੂੰ ਗੁਰੂ ਪੰਥ ਦੇ ਵਿੱਚ ਹੈ ਕਿ ਹਰ ਗੁਰਸਿੱਖ ਮਾਈ ਭਾਈ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਧ ਕੱਢੇ। 10ਵਾਂ ਹਿੱਸਾ ਜੋ ਹੈ ਉਹ ਧਰਮ ਦੇ ਲੇਖੇ ਲਾਵੇ। ਇਹ ਬਹੁਤ ਜ਼ਰੂਰੀ ਹੈ। ਸਾਨੂੰ ਖਾਲਸਾ ਜੀਵਨ ਜਿਉਣ ਦੇ ਵਾਸਤੇ ਜੋ ਰਹਿਮਤਾਂ ਸਤਿਗੁਰ ਪਾਤਸ਼ਾਹ ਜੀ ਨੇ ਕੀਤੀਆਂ, ਗਾਡੀ ਰਾਹ, ਦੋ ਪਹੀਆਂ ਵਾਲਾ ਰਾਹ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸ ਗਾਡੀ ਰਾਹ ਤੇ ਚੱਲਣ ਵਾਲੇ ਜੋ ਦੋ ਪਹੀਏ ਹਨ, ਉਹ ਹਨ ਸੰਗਤ ਤੇ ਪੰਗਤ। ਸੰਗਤ ਐਂਡ ਪੰਗਤ ਆਰ ਆਵਰ ਪ੍ਰਾਈਮ ਇੰਸਟੀਟਿਊਸ਼ਨਸ। ਸੰਗਤ ਦਾ ਕੀ ਮਹਾਤਮ ਹੈ,
ਤੇ ਪੰਗਤ ਦਾ ਕੀ ਮਹਾਤਮ ਹੈ। ਪੰਗਤ ਦੇ ਮਹਾਤਮ ਬਾਰੇ ਸਾਨੂੰ ਭਲੀ ਭਾਂਤ ਵਾਕਫੀ ਹੈ। ਪੰਗਤ ਦੇ ਵਿੱਚ ਬੈਠ ਕੇ ਅਸੀਂ ਇੱਕ ਸਾਰਤਾ ਭਾਵ ਦੇ ਨਾਲ, ਅਦਬ ਸਤਿਕਾਰ ਦੇ ਨਾਲ ਸਤਿਗੁਰੂ ਦਾ ਬਖਸ਼ਿਆ ਹੋਇਆ ਲੰਗਰ ਛਕਦੇ ਹਾਂ। ਲੰਗਰ ਛਕਣਾ ਕਿਉਂ ਜ਼ਰੂਰੀ ਹੈ? ਇਹ ਜੋ ਮਨੁੱਖਾ ਦੇਹੀ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ, ਇਹ ਪ੍ਰਮਾਤਮਾ ਦਾ ਮੰਦਰ ਹੈ। ਪ੍ਰਮਾਤਮਾ ਦੇ ਨਾਲ ਜੋ ਵੀ ਮਿਲਾਪ ਹੋਣਾ ਹੈ ਉਹ ਕਿਸੇ ਅਸਥਾਨ ਤੇ ਨਹੀਂ ਹੋਣਾ ਹੈ, ਕਿਸੇ ਵਿਸ਼ੇਸ਼ ਜਗ੍ਹਾ ਤੇ ਨਹੀਂ ਹੋਣਾ ਹੈ। ਆਤਮਾ ਦਾ ਪ੍ਰਮਾਤਮਾ ਦੇ ਨਾਲ ਜੋ ਮਿਲਾਪ ਹੈ ਉਹ ਮਨੁੱਖਾ ਸਰੀਰ ਦੇ ਅੰਦਰ ਹੀ ਹੋਣਾ ਹੈ, ਅੰਤਸ਼ਕਰਣ ਦੇ ਵਿੱਚ ਹੋਣਾ ਹੈ, ਦਸਮ ਦੁਆਰ ਦੇ ਵਿੱਚ ਹੋਣਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮਨ ਕਰ ਮੱਕਾ ਕਿਬਲਾ ਕਰ ਦੇਹੀ, ਬੋਲਨ ਹਾਰ ਪਰਮ ਗੁਰ ਇਹੀ। ਕੋਹਰੇ ਮੁੱਲਾ ਬਾਂਗ ਨਿਵਾਸ, ਏਕ ਮਸੀਤ ਦਸੇ ਦਰਵਾਜ਼। ਇਸ ਕਰਕੇ ਜੋ ਮਨੁੱਖਾ ਸਰੀਰ ਹੈ, ਇਸ ਦੀ ਸੰਭਾਲ ਕਰਨੀ, ਇਸ ਦੀ ਪਾਲਣਾ ਕਰਨੀ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਹੈ। ਪਰ ਸਾਨੂੰ ਸੰਗਤ ਦੇ ਨਾਲ ਨਾਲ ਪੰਗਤ ਦਾ ਦਸਤੂਰ ਕੀ ਬਖਸ਼ਿਆ? ਜਿਉਣ ਦੇ ਵਾਸਤੇ ਛਕਣਾ ਹੈ, ਜਿਉਣ ਦੇ ਵਾਸਤੇ ਖਾਣਾ ਹੈ, ਖਾਣ ਦੇ ਵਾਸਤੇ ਨਹੀਂ ਜਿਉਣਾ ਹੈ। We have to eat for living, not live for eating. Eat, drink and be merry, because tomorrow we die. That is not Sikh philosophy. ਸਿੱਖ ਧਰਮ ਦਾ ਇਹ ਫਲਸਫਾ ਨਹੀਂ ਹੈ ਕਿ ਖਾਓ ਪੀਓ ਤੇ ਆਨੰਦ ਕਰੋ। ਸਿੱਖ ਧਰਮ ਦਾ ਫਲਸਫਾ ਹੈ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਵੰਡ ਕੇ ਛਕਣ ਦੇ ਵਿੱਚ ਹੀ ਪੰਗਤ ਆਉਂਦੀ ਹੈ। ਪੰਗਤ ਸਾਨੂੰ ਇੱਕ ਸਾਰਤਾ ਦੀ ਬਖਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੈ ਸੰਗਤ। ਪੰਗਤ ਹੈ ਟੂ ਗੈਟ ਫੂਡ ਫਾਰ ਬੋਡੀ, ਸਰੀਰ ਦੇ ਵਾਸਤੇ ਪ੍ਰਸ਼ਾਦ ਪਾਣੀ ਛਕਣਾ ਹੈ। ਸੰਗਤ ਇਜ਼ ਟੂ ਗੈਟ ਫੂਡ ਫਾਰ ਦਾ ਸੋਲ। ਗੁਰੂ ਪ੍ਰਸਾਦ ਸੰਗਤ ਸਾਡੀ ਆਤਮਾ ਨੂੰ ਵੀ ਭੁੱਖ ਲੱਗਦੀ ਹੈ। ਸਰੀਰ ਦੀ ਭੁੱਖ ਬਾਰੇ ਸਾਨੂੰ ਬਹੁਤ ਜ਼ਿਆਦਾ ਗਿਆਨ ਹੈ। ਅਸੀਂ ਦਿਨ ਵਿੱਚ 3 ਵਾਰ 4 ਵਾਰ 5 ਵਾਰ ਵੀ ਛਕਦੇ ਹਾਂ, ਪਰ ਜੋ ਆਤਮਾ ਦੀ ਭੁੱਖ ਹੈ ਉਸ ਦੇ ਬਾਰੇ ਅਸੀਂ ਤਵੱਜੋ ਨਹੀਂ ਦਿੰਦੇ ਹਾਂ। ਆਤਮਾ ਦੀ ਭੁੱਖ ਦੂਰ ਕਰਨ ਦੇ ਵਾਸਤੇ ਸਾਨੂੰ ਸੰਗਤ ਦੀ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਸਾਧ ਸੰਗਤ ਦੇ ਵਿੱਚ ਸਾਨੂੰ ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਇਹ ਜੋ ਸਤਿਗੁਰੂ ਦਾ ਉਪਦੇਸ਼ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ, ਇਹ ਸਹਿਜ ਭਾਵ ਦੇ ਨਾਲ ਹੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਾਸਾ ਕਰ ਲੈਂਦਾ ਹੈ। ਜਿਹੜਾ ਮਨੁੱਖਾ ਮਨ ਇਕੱਲਿਆਂ ਬੈਠਿਆਂ ਸਿਮਰਨ ਵਿੱਚ ਨਹੀਂ ਲੱਗਦਾ, ਗੁਰਬਾਣੀ ਦੇ ਪਾਠ ਵਿੱਚ ਨਹੀਂ ਲੱਗਦਾ, ਕੀਰਤਨ ਸ਼੍ਰਵਣ ਕਰਨ ਦੇ ਵਿੱਚ ਨਹੀਂ ਲੱਗਦਾ, ਉਹ ਸੁਤੇ ਸਿੱਧ ਹੀ ਸਹਿ ਸੁਭਾਅ ਹੀ ਸੰਗਤ ਦੇ ਵਿੱਚ ਕਿਉਂ ਜੁੜਦਾ ਹੈ? ਕਿਉਂਕਿ ਸੰਗਤ ਦੇ ਵਿੱਚ ਪਰਮਾਤਮਾ ਦੀ ਜੋਤ ਆਪ ਸੁਭਾਇਮਾਨ ਹੋ ਜਾਂਦੀ ਹੈ। ਸਾਧ ਸੰਗਤ ਬੈਕੁੰਠੇ ਆਹੇ, ਸਤ ਸੰਗਤ ਦੇ ਵਿੱਚ ਪ੍ਰਮਾਤਮਾ ਦੀ ਜੋਤ ਵਿਆਪਕ ਹੋ ਜਾਂਦੀ ਹੈ। ਇਸ ਕਾਰਨ ਕਰਕੇ ਬਹੁਤ ਵੱਡੀਆਂ ਰਹਿਮਤਾਂ ਸਿੱਖ ਸੰਸਾਰ ਤੇ ਸਾਡੇ ਗੁਰੂ ਸਾਹਿਬਾਨ ਨੇ ਕੀਤੀਆਂ ਹਨ। ਸਾਨੂੰ ਸੰਗਤ ਬਖਸ਼ੀ ਹੈ, ਸਾਨੂੰ ਪੰਗਤ ਬਖਸ਼ੀ ਹੈ। ਔਰ ਵਿਚਾਰ ਸਮਾਪਤ ਕਰਨ ਤੋਂ ਪਹਿਲਾਂ ਇੱਕ ਬੇਨਤੀ, ਸਭ ਤੋਂ ਵੱਡੀ ਬਖਸ਼ਿਸ਼ ਸਿੱਖ ਧਰਮ ਦੇ ਵਿੱਚ ਕਿਹੜੀ ਹੈ? ਸੰਸਾਰ ਦੇ ਬਾਕੀ ਦੇ ਧਰਮ ਕਹਿੰਦੇ ਹਨ ਮੁਕਤੀ ਹੈ, ਲਿਬਰੇਸ਼ਨ ਇਜ਼ ਦੇਅਰ, ਇਮੈਂਸੀਪੇਸ਼ਨ ਇਜ਼ ਦੇਅਰ, ਬਟ ਯੂ ਵਿਲ ਗੈਟ ਇਟ ਆਫਟਰ ਡੈਥ। ਮੁਕਤੀ ਪ੍ਰਾਪਤ ਹੋਏਗੀ ਮਰਨ ਤੋਂ ਬਾਅਦ। 4 ਕਿਸਮ ਦੀਆਂ ਮੁਕਤੀਆਂ ਵਿਦਾਂਤ ਵਰਣਨ ਕਰਦਾ ਹੈ। ਪ੍ਰਮਾਤਮਾ ਦੇ ਸਰੂਪ ਦੇ ਵਿੱਚ ਭੇਦ ਹੋ ਜਾਣਾ, ਸੋ ਸੱਜੇ ਮੁਕਤੀ। ਪ੍ਰਮਾਤਮਾ ਦੇ ਸਰੂਪ ਵਿੱਚ ਤਾਂ ਭੇਦ ਨਾ ਹੋ ਸਕਣਾ, ਆਪਣੇ ਇਸ਼ਟ ਦੇਵ ਦਾ ਸਰੂਪ ਪ੍ਰਾਪਤ ਕਰ ਲੈਣਾ, ਆਪਣੇ ਸਤਿਗੁਰੂ ਵਰਗੇ, ਆਪਣੇ ਇਸ਼ਟ ਵਰਗੇ ਹੋ ਜਾਣਾ, ਸਾਰੂਪਿਆ ਮੁਕਤੀ। ਆਪਣੇ ਸਤਿਗੁਰੂ ਦੇ, ਆਪਣੇ ਇਸ਼ਟ ਦੇਵ ਦੇ ਨਿਕਟਵਰਤੀ ਹੋ ਜਾਣਾ, ਸਾਮੀਪਿਆ ਮੁਕਤੀ। ਆਪਣੇ ਗੁਰੂ ਦੇ, ਆਪਣੇ ਇਸ਼ਟ ਦੇਵ ਦੇ ਦੇਸ਼ ਦੇ ਵਿੱਚ ਵਾਸਾ ਪਾ ਲੈਣਾ, ਉਸ ਦੀ ਪੁਰੀ ਵਿੱਚ ਚਲੇ ਜਾਣਾ, ਇਸ ਨੂੰ ਕਹਿੰਦੇ ਨੇ ਸਾਦਿਸੇ ਮੁਕਤੀ। ਪਰ ਗੁਰਬਾਣੀ ਦੇ ਵਿੱਚ ਐਸੀ ਬਖਸ਼ਿਸ਼ ਕੀਤੀ ਹੈ, ਚਾਰੇ ਮੁਕਤੀਆਂ ਦਾ ਸੁਮੇਲ ਕਰਕੇ ਗੁਰਸਿੱਖਾਂ ਨੂੰ ਜੀਵਨ ਮੁਕਤੀ ਦੀ ਬਖਸ਼ਿਸ਼ ਹੋਈ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ, ਸੋ ਜਾਣੇ ਜਰੀਆ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ,
ਜਗ ਦੁੱਤਰ ਤਰਿਆ। ਜੀਵਨ ਮੁਕਤੀ ਦੇ ਵਿੱਚ ਚਾਰੇ ਹੀ ਮੁਕਤੀਆਂ, ਕਿਉਂਕਿ ਜੀਵਨ ਮੁਕਤੀ ਜਦੋਂ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਜਿਉਂਦੇ ਜਾਗਦੇ ਹੁੰਦੀ ਹੈ। ਅੰਤਿਸ਼ਕਰਣ ਦੇ ਵਿੱਚ ਜਦੋਂ ਪ੍ਰਮਾਤਮਾ ਦੀ ਜੋਤ ਉਜਾਗਰ ਹੁੰਦੀ ਹੈ ਤਾਂ ਪ੍ਰਮਾਤਮਾ ਦੇ ਨਾਲ ਆਤਮਾ ਅਭੇਦ ਹੋ ਜਾਂਦੀ ਹੈ। ਇਸ ਕਰਕੇ ਸੋ ਸੱਜੇ ਮੁਕਤੀ ਤਾਂ ਜੀਵਨ ਮੁਕਤੀ ਦੇ ਸਭ ਤੋਂ ਪਹਿਲਾਂ ਪ੍ਰਾਪਤ ਹੋ ਗਈ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ, ਰਾਮ ਮੋਹਿ ਤਾਰ ਕਹਾਂ ਲੈ ਜਾਈ ਹੈ, ਸੋਧੋਂ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹਿ ਪਾਈ ਹੈ। ਇਹ ਪ੍ਰਮਾਤਮਾ ਮੈਨੂੰ ਮੁਕਤੀ ਕਿੱਥੇ ਲੈ ਜਾ ਕੇ ਦਿਓਗੇ, ਕਿਉਂਕਿ ਤੁਹਾਡੀ ਕਿਰਪਾ ਨਾਲ, ਤੁਹਾਡਾ ਨਾਮ ਜਪ ਜਪ ਕੇ ਮੈਂ ਤਾਂ ਪਹਿਲਾਂ ਹੀ ਜੀਵਨ ਮੁਕਤ ਹੋ ਚੁੱਕਾ ਹਾਂ। ਸੋ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਨ। ਇਹ ਜੋ ਸਿੱਖ ਧਰਮ ਹੈ, ਜੋ ਗੁਰਸਿੱਖੀ ਦੀ ਬਖਸ਼ਿਸ਼ ਹੈ, ਜੋ ਖਾਲਸਾ ਸਰੂਪ ਤੱਕ ਪਹੁੰਚਣ ਦੀ ਬਖਸ਼ਿਸ਼ ਹੈ, ਇਹ ਬਹੁਤ ਵੱਡੀਆਂ ਬਖਸ਼ਾਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀਆਂ ਹਨ। ਅਸੀਂ ਇਹਨਾਂ ਬਖਸ਼ਾਂ ਦਾ ਮਹਾਤਮ ਸਮਝੀਏ, ਮਹੱਤਤਾ ਸਮਝੀਏ। ਇਹ ਜੋ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਜੋ ਵਾਰ-ਵਾਰ ਨਹੀਂ ਪ੍ਰਾਪਤ ਹੁੰਦਾ ਹੈ, ਇਸ ਦਾ ਮਹਾਤਮ ਸਮਝੀਏ ਤੇ ਅਸੀਂ ਇਸ ਜੀਵਨ ਨੂੰ ਜਿਉਂਦਿਆਂ ਹੋਇਆਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਉਂਦੇ ਜੀ ਜੁੜੀਏ। ਆਪਣਾ ਆਤਮਿਕ ਜੀਵਨ ਜੋ ਹੈ ਉਸ ਨੂੰ ਸਦੀਵ ਕਾਲ ਦੇ ਵਾਸਤੇ ਜਿੱਤੀਏ। ਮਨ ਜੀਤੈ ਜਗ ਜੀਤ ਵਾਲੀ ਅਵਸਥਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।